ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਉਹਨਾਂ ਖਬਰਾਂ ਦੀ ਕਰਾਂਗੇ ਜਿਹੜੀਆਂ ਹਫ਼ਤਾ ਭਰ ਖਾਸ ਰਹੀਆਂ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਹੁਣ ਜਲਦ ਲੱਗਣਗੇ ਵੀਜ਼ੇ। ਕੈਨੇਡਾ ਸਰਕਾਰ ਦਾ ਐਲਾਨ। ਇਮੀਗ੍ਰੇਸ਼ਨ ਬਾਰੇ ਆਈ ਤਾਜ਼ਾ ਜਾਣਕਾਰੀ। ਜਨਵਰੀ ਮਹੀਨੇ ਕਈਆਂ ਦੀ ਜਾਗੀ ਕਿਸਮਤ। ਟਰੂਡੋ ਨੂੰ ਆਇਆ ਗੁੱਸਾ, ਕਿਹਾ ਨਹੀਂ ਕਰਾਂਗਾ ਬਰਦਾਸ਼ਤ। ਸਪਾਊਸ ਵੀਜ਼ਾ ਵਾਲਿਆਂ ਲਈ ਚੰਗੀ ਖਬਰ, ਹੁਣ ਵੀਜ਼ੇ ਬਾਰੇ ਮਿਲੇਗੀ ਘਰ ਬੈਠੇ ਜਾਣਕਾਰੀ। ਦੇਸ਼ ਹਟਾ ਰਹੀ ਕਰੋਨਾ ਪਾਬੰਦੀਆਂ, ਹੁਣ ਆਮ ਲੋਕਾਂ ਨੂੰ ਮਿਲ ਰਹੀ ਰਾਹਤ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ। ਦਰਅਸਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਗੁੱਸਾ ਜਿਹੜਾ ਸੀ ਉਹ ਟਰੱਕ ਡਰਾਈਵਰਸ ਉੱਪਰ ਦਿਖਾਇਆ ਗਿਆ ਜਿਹੜੇ ਪ੍ਰੋਟੈਸਟ ਕਰ ਰਹੇ ਨੇ। ਕੁਝ ਟਰੱਕ ਡਰਾਈਵਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਇਆ ਗੁੱਸਾ। ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ, ਜਿਸ ਵਿੱਚ ਉਹਨਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਪੈਂਡੇਮਿਕ ਕਾਫੀ ਫਰਸਟ੍ਰੇਟਿੰਗ ਹੈ। 2 ਸਾਲ ਦਾ ਸਮਾਂ ਹੋ ਚੁੱਕਿਆ ਹੈ, ਪਰ ਅਸੀਂ ਇਸ ਚੋਂ ਬਾਹਰ ਨਹੀਂ ਆ ਸਕੇ ਤੇ ਪਿਛਲੇ ਕੁਝ ਦਿਨਾਂ ਤੋਂ ਜੋ ਪ੍ਰਦਰਸ਼ਨ ਹੋ ਰਿਹਾ ਹੈ ਤੇ ਜਿਸ ਤਰ੍ਹਾਂ ਦੀਆਂ ਘਟਨਾਵਾਂ ਇੱਥੋਂ ਸਾਹਮਣੇ ਆ ਰਹੀਆਂ ਨੇ, ਉਹ ਠੀਕ ਨਹੀਂ ਹਨ। ਇਸ ਨੂੰ ਉਹਨਾਂ ਵੱਲੋਂ ਹੈਰਾਨ ਕਰਨ ਵਾਲਾ ਦੱਸਿਆ ਗਿਆ। ਦਰਅਸਲ ਕੈਨੇਡਾ ਸਰਕਾਰ ਵੱਲੋਂ ਟਰੱਕਰਸ ਵਾਸਤੇ ਜੋ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਗਈ ਹੈ, ਉਸ ਦਾ ਕਈ ਟਰੱਕਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਕਾਰਨ 2 ਦਿਨਾਂ ਤੋਂ ਆਟਵਾ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਕੁਝ ਅਜਿਹੀਆਂ ਖਬਰਾਂ ਵੀ ਸਾਹਮਣੇ ਆਈਆਂ ਜਿਸ ਮੁਤਾਬਕ ਹੇਟ ਸਿੰਬਲ ਦਿਖਾਇਆ ਗਿਆ ਅਤੇ ਕੁਝ ਚੀਜ਼ਾਂ ਨੂੰ ਵੀ ਨੁਕਸਾਨ ਕੀਤਾ ਗਿਆ। ਇੰਨਾ ਹੀ ਨਹੀਂ, ਕੁਝ ਮਾਮਲੇ ਤਾਂ ਖਾਣਾ ਚੋਰੀ ਕਰਨ ਦੇ ਵੀ ਸਾਹਮਣੇ ਆਏ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਜਿਨ੍ਹਾਂ ਵੱਲੋਂ ਵੀ ਛੋਟੇ ਕਾਰੋਬਾਰ, ਵਰਕਰ ਅਤੇ ਬੇਕਾਰ ਲੋਕਾਂ ਨੂੰ ਤਕਲੀਫ ਪਹੁੰਚਾਈ ਗਈ, ਉਹ ਠੀਕ ਨਹੀਂ ਹੈ। ਇਸ ਤੋਂ ਇਲਾਵਾ ਜਿਸ ਤਰ੍ਹਾਂ ਦੀਆਂ ਪ੍ਰਦਰਸ਼ਨ ਵਿੱਚੋਂ ਘਟਨਾਵਾਂ ਸਾਹਮਣੇ ਆਈਆਂ, ਉਸ ਦਾ ਜ਼ਿਕਰ ਕਰਦੇ ਹੋਏ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਿਖਾਈ ਦਿੱਤੇ। ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Over the past few days, Canadians were shocked and frankly disgusted by the behaviour displayed by some people protesting in our nation's capital. I want to be very clear. We are not intimidated by those who hurl insults and abuse at small business workers and steal food from the homeless. We won't give in to those who fly racist flags. We won't cave to those who engage in vandalism or dishonour the memory of our veterans. Thank the many Canadians who've made donations to the Shepherds of Good Hope and to the Terry Fox Foundation in response to what they saw this weekend. There is no place in our country for threats, violence, or hatred. So to those responsible for this behaviour, it needs to stop. To anyone who joined the convoy but is rightly uncomfortable with the symbols of hatred and division on display, join with your fellow Canadians. Be courageous and speak out. Do not stand for or with intolerance and hate. ਇਸ ਹਫ਼ਤੇ ਇਮੀਗ੍ਰੇਸ਼ਨ ਸੰਬੰਧੀ ਵੱਡਾ ਐਲਾਨ ਹੋਇਆ, ਜਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੀ ਗੱਲ ਕਰਦੇ ਹੋਏ ਦਿਖਾਈ ਦਿੱਤੇ। ਉਹਨਾਂ ਵੱਲੋਂ ਦੱਸਿਆ ਗਿਆ ਕਿ ਹੁਣ ਵੀਜ਼ਾ ਜਿਹੜੇ ਨੇ ਉਹਨਾਂ ਨੂੰ ਛੇਤੀ ਲਗਾਇਆ ਜਾਏਗਾ, ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਮੀਗ੍ਰੇਸ਼ਨ ਮੰਤਰੀ ਵੱਲੋਂ ਇਸ ਹਫ਼ਤੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਖਾਸ ਤੇ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ। ਇਮੀਗ੍ਰੇਸ਼ਨ ਨਾਲ ਸੰਬੰਧਿਤ ਕੈਨੇਡਾ ਵੱਲੋਂ ਵੱਡਾ ਐਲਾਨ ਕੀਤਾ ਗਿਆ, ਜਿੱਥੇ ਹੁਣ ਇਮੀਗ੍ਰੇਸ਼ਨ ਦੇ ਪ੍ਰੋਸੈਸ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਜੀ ਹਾਂ, ਕੈਨੇਡਾ ਵਿੱਚ ਜਿਵੇਂ ਪਹਿਲਾਂ ਵੀਜ਼ਾ ਪ੍ਰੋਸੈਸਿੰਗ ਵਿੱਚ ਵੱਧ ਸਮਾਂ ਲੱਗਦਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ, ਕਿਉਂਕਿ ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ਵਿੱਚ ਤੇਜ਼ੀ ਲਿਆਉਣ ਬਾਰੇ ਕੁਝ ਖਾਸ ਕਦਮ ਚੁੱਕੇ ਜਾ ਰਹੇ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਨਵੀਂ ਯੋਜਨਾ ਸਾਂਝੀ ਕੀਤੀ ਗਈ, ਜਿਸ ਨਾਲ ਇਮੀਗ੍ਰੇਸ਼ਨ ਸਿਸਟਮ ਨੂੰ ਮੁੜ ਤੋਂ ਟਰੈਕ ਦੇ ਉੱਪਰ ਲੈ ਕੇ ਆਂਦਾ ਜਾਵੇਗਾ। 2021 ਦੇ ਬਜਟ ਵਿੱਚ ਕੈਨੇਡਾ ਵੱਲੋਂ $85 ਮਿਲੀਅਨ ਐਲੋਕੇਟ ਕੀਤੇ ਗਏ ਨੇ। ਇਸ ਨਾਲ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਤੋਂ ਪਹਿਲਾਂ ਮੈਂਡੇਟ ਲੈਟਰ ਦੇ ਵਿੱਚ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਹਾ ਗਿਆ ਸੀ ਕਿ ਇਮੀਗ੍ਰੇਸ਼ਨ ਦੇ ਪੱਧਰ ਦੇ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਉਹਨਾਂ ਵੱਲੋਂ ਇਸ ਸੰਬੰਧੀ ਇਮੀਗ੍ਰੇਸ਼ਨ ਮੰਤਰੀ ਨੂੰ ਕਿਹਾ ਗਿਆ ਕਿ ਜੋ ਪ੍ਰੋਸੈਸਿੰਗ ਦੇ ਵਿੱਚ ਸਮਾਂ ਲੱਗਦਾ ਹੈ, ਉਸ ਨੂੰ ਹੁਣ ਘੱਟ ਕੀਤਾ ਜਾਵੇ। ਇਸ ਤੋਂ ਬਾਅਦ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਹੁਣ ਪ੍ਰੋਸੈਸਿੰਗ ਸਰਵਿਸਿਜ਼ ਮੁੜ ਤੋਂ ਉਸੇ ਤਰ੍ਹਾਂ ਚੱਲਣਗੀਆਂ ਜਿਸ ਤਰ੍ਹਾਂ ਪਹਿਲਾਂ ਹੁੰਦੀਆਂ ਸਨ, ਜਾਣੀ ਕਿ ਹੁਣ ਵੀਜ਼ਾ ਪ੍ਰੋਸੈਸਿੰਗ ਵਿੱਚ ਘੱਟ ਸਮਾਂ ਲੱਗੇਗਾ।
2021 ਦੌਰਾਨ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 5 ਲੱਖ ਤੋਂ ਵੱਧ PR ਐਪਲੀਕੇਸ਼ਨਸ ਦੇ ਉੱਪਰ ਆਪਣਾ ਫੈਸਲਾ ਸੁਣਾਇਆ ਗਿਆ। ਹੁਣ ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕੀਤਾ ਹੈ ਕਿ 2022 ਦੇ ਪਹਿਲੇ ਕੁਆਰਟਰ ਦੌਰਾਨ ਕੈਨੇਡਾ ਵੱਲੋਂ 1,47,000 PR ਐਪਲੀਕੇਸ਼ਨਸ ਦੇ ਉੱਪਰ ਆਪਣਾ ਫੈਸਲਾ ਸੁਣਾਇਆ ਜਾਏਗਾ, ਜਿਸ ਦਾ ਮਤਲਬ ਹੈ ਕਿ 2021 ਦੇ ਮੁਕਾਬਲੇ ਹੁਣ ਇਹਨਾਂ ਐਪਲੀਕੇਸ਼ਨਸ ਨੂੰ ਡਬਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫਰਵਰੀ ਮਹੀਨੇ ਦੌਰਾਨ ਕੈਨੇਡਾ ਵੱਲੋਂ ਇੱਕ ਨਵਾਂ PR ਰੈਜ਼ੀਡੈਂਸ ਐਪਲੀਕੇਸ਼ਨ ਟਰੈਕਰ ਵੀ ਲਿਆਂਦਾ ਜਾਵੇਗਾ। ਸਪਾਊਸ ਅਤੇ ਡਿਪੈਂਡੈਂਟਸ ਵਾਸਤੇ ਹੋਵੇਗਾ ਤਾਂ ਕਿ ਜਲਦ ਉਹਨਾਂ ਦੀਆਂ ਅਰਜ਼ੀਆਂ ਦੇ ਉੱਪਰ ਫੈਸਲਾ ਆ ਸਕੇ। ਇਸ ਤੋਂ ਇਲਾਵਾ ਉਹ ਆਪਣਾ ਸਟੇਟਸ ਆਨਲਾਈਨ ਦੇਖ ਸਕਣ। ਇਮੀਗ੍ਰੇਸ਼ਨ ਨਾਲ ਸੰਬੰਧਿਤ ਇੱਕ ਮੈਮੋ ਵੀ ਸਾਂਝਾ ਕੀਤਾ ਗਿਆ, ਜਿਸ ਵਿੱਚ ਪਤਾ ਚੱਲਦਾ ਹੈ ਕਿ 2022 ਦੇ ਪਹਿਲੇ ਹਾਫ ਦੌਰਾਨ ਫੈਡਰਲ ਲੈਵਲ ਦੇ ਜਾਂ ਫਿਰ ਕੈਨੇਡੀਅਨ ਐਕਸਪੀਰੀਅੰਸ ਡਰਾ ਨਹੀਂ ਕੱਢੇ ਜਾਣਗੇ। ਇਸ ਤੋਂ ਇਲਾਵਾ ਅਜੇ ਤੱਕ ਇਹ ਵੀ ਸਪਸ਼ਟ ਨਹੀਂ ਕੀਤਾ ਗਿਆ ਕਿ ਮੁੜ ਤੋਂ ਇਹਨਾਂ ਡਰਾ ਨੂੰ ਕਦੋਂ ਕੱਢਿਆ ਜਾਵੇਗਾ। ਫਿਲਹਾਲ ਕੈਨੇਡਾ ਵੱਲੋਂ 1.8 ਮਿਲੀਅਨ ਜੋ ਫਾਈਲਾਂ ਦਾ ਬੈਕਲੌਗ ਹੈ ਉਸ ਦੇ ਉੱਪਰ ਕੰਮ ਕੀਤਾ ਜਾਵੇਗਾ। ਇਮੀਗ੍ਰੇਸ਼ਨ ਕੈਨੇਡਾ ਨੂੰ ਇਸ ਸਮੇਂ ਕਾਫੀ ਜ਼ਿਆਦਾ ਬੈਕਲੌਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬੈਕਲੌਗ ਦੇ ਵਿੱਚ ਸਿਟੀਜ਼ਨਸ਼ਿਪ ਐਪਲੀਕੈਂਟਸ, ਟੈਂਪਰੇਰੀ ਫੋਰਨ ਵਰਕਰਸ, ਫੈਮਿਲੀ, ਸਟੂਡੈਂਟ, ਰਿਫਿਊਜੀਜ਼ ਅਤੇ ਵਿਜ਼ਿਟਰਸ ਵੀ ਸ਼ਾਮਿਲ ਹਨ। ਦੱਸੀਏ ਕਿ ਕਰੋਨਾ ਕਾਰਨ ਇਮੀਗ੍ਰੇਸ਼ਨ ਨੂੰ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਇਸ ਦੇ ਨਿਪਟਾਰੇ ਵਾਸਤੇ ਵੀ ਸਰਕਾਰ ਵੱਲੋਂ ਕੁਝ ਖਾਸ ਕਦਮ ਚੁੱਕੇ ਜਾ ਰਹੇ ਨੇ। IRCC ਵੱਲੋਂ 500 ਨਵੀਂ ਪ੍ਰੋਸੈਸਿੰਗ ਸਟਾਫ, ਡਿਜੀਟਲਾਈਜ਼ਡ ਅਰਜ਼ੀਆਂ ਨੂੰ ਹਾਇਰ ਕੀਤਾ ਗਿਆ ਹੈ। ਇਸ ਤੋਂ ਇਲਾਵਾ IRCC ਵੱਲੋਂ ਕੁਝ ਪੇਪਰ ਬੇਸਡ ਇਮੀਗ੍ਰੇਸ਼ਨ ਪ੍ਰੋਗਰਾਮ ਵੀ ਆਨਲਾਈਨ ਲਿਆਂਦੇ ਗਏ ਨੇ। IRCC ਵੱਲੋਂ ਇੱਕ ਪੋਰਟਲ ਵੀ ਡਿਵੈਲਪ ਕੀਤਾ ਗਿਆ ਹੈ, ਜਿਸ ਰਾਹੀਂ ਇਨ-ਪਰਸਨ ਇੰਟਰੈਕਸ਼ਨ ਤੋਂ ਬਿਨਾਂ ਹੀ PR ਰੈਜ਼ੀਡੈਂਸੀ ਕਾਰਡ ਹਾਸਿਲ ਹੋ ਸਕਦੇ ਨੇ। ਜੂਨ 2021 ਤੋਂ ਦਸੰਬਰ 2021 ਦੌਰਾਨ 2,25,000 ਦੇ ਕਰੀਬ PR ਵੱਲੋਂ ਇਸ ਪੋਰਟਲ ਦਾ ਇਸਤੇਮਾਲ ਕੀਤਾ ਗਿਆ। ਇੱਕ ਮੀਡੀਆ ਰਿਲੀਜ਼ ਦੇ ਵਿੱਚ IRCC ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਨੂੰ ਸਪੀਡ ਅਪ ਕਰਨ ਦੇ ਵਾਸਤੇ ਐਡਵਾਂਸਡ ਡਾਟਾ ਐਨਾਲਿਸਟ ਵਰਤੇ ਜਾ ਰਹੇ ਹਨ। ਸਿਟੀਜ਼ਨਸ਼ਿਪ ਅਰਜ਼ੀਆਂ ਵਾਸਤੇ IRCC ਵੱਲੋਂ ਆਨਲਾਈਨ ਟੈਸਟਿੰਗ ਇੰਟਰੋਡਿਊਸ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਆਨਲਾਈਨ ਐਪਲੀਕੇਸ਼ਨ ਟਰੈਕਰ ਵੀ ਲਿਆਂਦਾ ਗਿਆ। ਇਸ ਤੋਂ ਇਲਾਵਾ ਵਰਚੁਅਲ ਸਿਟੀਜ਼ਨਸ਼ਿਪ ਸੈਰੇਮਨੀ ਵੀ ਲਾਂਚ ਕੀਤੀਆਂ ਗਈਆਂ। ਜਾਣਕਾਰੀ ਮੁਤਾਬਕ ਵਰਚੁਅਲ ਤਰੀਕੇ ਨਾਲ 1,70,000 ਦੇ ਕਰੀਬ ਨਵੇਂ ਕੈਨੇਡੀਅਨਸ ਵੱਲੋਂ ਸਹੁੰ ਚੁੱਕੀ ਗਈ। ਹੁਣ ਸਰਕਾਰ ਵੱਲੋਂ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਦੇ ਪੱਧਰ ਨੂੰ ਉੱਚਾ ਚੁੱਕਿਆ ਜਾਵੇ ਅਤੇ ਜੋ ਪ੍ਰੋਸੈਸਿੰਗ ਵਿੱਚ ਸਮਾਂ ਲੱਗਦਾ ਹੈ ਇਸ ਨੂੰ ਘੱਟ ਕੀਤਾ ਜਾਵੇ। ਇਸੇ ਦੇ ਚੱਲਦਿਆਂ ਹੀ ਸਰਕਾਰ ਵੱਲੋਂ ਲਗਾਤਾਰ ਕੁਝ ਖਾਸ ਕਦਮ ਚੁੱਕੇ ਜਾ ਰਹੇ ਨੇ। ਇਸ ਹਫ਼ਤੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਖਾਸ ਤੇ ਵੱਡੀ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਜਨਵਰੀ ਮਹੀਨੇ ਦੌਰਾਨ ਕਿੰਨੇ ਉਮੀਦਵਾਰਾਂ ਦੀ ਕਿਸਮਤ ਜਾਗੀ। ਜਿਹੜੇ PNP ਡਰਾ ਕੱਢੇ ਗਏ ਉਸ ਬਾਰੇ ਡੀਟੇਲ ਦੱਸੀ ਗਈ ਕਿ ਸੂਬਿਆਂ ਵੱਲੋਂ ਕਿੰਨੇ ਡਰਾ ਕੱਢੇ ਗਏ ਤੇ ਕਿੰਨੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਜਨਵਰੀ ਮਹੀਨੇ ਦੌਰਾਨ ਵੱਖ-ਵੱਖ ਸੂਬਿਆਂ ਵੱਲੋਂ ਲਗਾਤਾਰ PNP ਡਰਾ ਐਲਾਨ ਕੀਤੇ ਗਏ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ। ਹੁਣ ਜਨਵਰੀ ਮਹੀਨੇ ਜਿਨੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ, ਇਸ ਬਾਰੇ ਡੀਟੇਲ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ ਜਨਵਰੀ ਮਹੀਨੇ ਦੌਰਾਨ 4,500 ਤੋਂ ਵੱਧ ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਹਨ। PNP ਦੀ ਸ਼ੁਰੂਆਤ ਕੈਨੇਡਾ ਵਿੱਚ 1998 ਤੋਂ ਕੀਤੀ ਗਈ ਸੀ। ਇਸ ਦਾ ਮਕਸਦ ਸੀ ਕਿ ਇਮੀਗ੍ਰੇਸ਼ਨ ਦੇ ਪੱਧਰ ਨੂੰ ਹੋਰ ਵੀ ਬਿਹਤਰ ਕੀਤਾ ਜਾਵੇ। 1998 ਤੋਂ ਲੈ ਕੇ ਹੁਣ ਤੱਕ ਲਗਾਤਾਰ ਸੂਬੇ PNP ਡਰਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਜਨਵਰੀ ਮਹੀਨੇ ਦੌਰਾਨ ਐਲਬਰਟਾ ਵੱਲੋਂ 2 ਡਰਾ ਕੱਢੇ ਗਏ, ਜਿੱਥੇ ਐਲਬਰਟਾ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਜ਼ਰੀਏ ਉਮੀਦਵਾਰਾਂ ਦੀ ਕਿਸਮਤ ਜਾਗੀ। ਜੋ 14 ਦਸੰਬਰ ਨੂੰ ਡਰਾ ਕੱਢਿਆ ਗਿਆ, ਉਸ ਵਿੱਚ 150 ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਐਲਬਰਟਾ ਐਕਸਪ੍ਰੈਸ ਐਂਟਰੀ ਸਟ੍ਰੀਮ ਅਧੀਨ 5 ਜਨਵਰੀ ਨੂੰ 250 ਕੈਂਡੀਡੇਟਸ ਦੀ ਕਿਸਮਤ ਜਾਗੀ। ਇਸ ਤੋਂ ਇਲਾਵਾ 13 ਜਨਵਰੀ ਨੂੰ ਐਲਬਰਟਾ ਸਰਕਾਰ ਵੱਲੋਂ ਨਵੇਂ ਐਸੀਲਰੇਟਡ ਟੈਕ ਪਾਥਵੇ ਦਾ ਵੀ ਐਲਾਨ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਜਨਵਰੀ ਮਹੀਨੇ ਦੌਰਾਨ 714 ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਮੈਨੀਟੋਬਾ ਵੱਲੋਂ ਸਕਿਲਡ ਵਰਕਰਸ ਇਨ ਮੈਨੀਟੋਬਾ, ਸਕਿਲਡ ਵਰਕਰਸ ਓਵਰਸੀਜ਼ ਅਤੇ ਇੰਟਰਨੈਸ਼ਨਲ ਐਜੂਕੇਸ਼ਨ ਸਟ੍ਰੀਮ ਅਧੀਨ ਸੱਦੇ ਜਾਰੀ ਕੀਤੇ ਜਾਂਦੇ ਨੇ। ਇਸ ਸੂਬੇ ਵੱਲੋਂ 14 ਜਨਵਰੀ ਅਤੇ 27 ਜਨਵਰੀ ਨੂੰ ਡਰਾ ਕੱਢੇ ਗਏ, ਜਿਸ ਵਿੱਚ 758 ਲੈਟਰ ਆਫ ਐਡਵਾਈਸ ਟੂ ਅਪਲਾਈ ਜਾਰੀ ਕੀਤੇ ਗਏ। ਇਹਨਾਂ ਵਿੱਚੋਂ 166 ਉਹ ਸਨ ਜਿਨ੍ਹਾਂ ਦੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਵੈਲਿਡ ਹੈ। ਓਨਟਾਰੀਓ ਸੂਬੇ ਵੱਲੋਂ ਇਸ ਮਹੀਨੇ ਜਾਣੀ ਕਿ ਜਨਵਰੀ ਮਹੀਨੇ ਦੌਰਾਨ 3 ਵੱਡੇ ਡਰਾ ਕੱਢੇ ਗਏ। ਪਹਿਲਾ ਡਰਾ 11 ਜਨਵਰੀ ਨੂੰ ਕੱਢਿਆ ਗਿਆ, ਜਿਸ ਵਿੱਚ 1084 ਇਨਵੀਟੇਸ਼ਨ ਜਾਰੀ ਕੀਤੇ ਗਏ। ਇਹ ਇਨਵੀਟੇਸ਼ਨ ਇੰਪਲੋਇਰ ਜੌਬ ਆਫਰ ਕੈਟੇਗਰੀ 2 ਫੋਰਨ ਵਰਕਰ, ਇੰਟਰਨੈਸ਼ਨਲ ਸਟੂਡੈਂਟ ਅਤੇ ਇਨ ਡਿਮਾਂਡ ਸਟ੍ਰੀਮ ਅਧੀਨ ਸੀ।
ਇਸ ਤੋਂ ਬਾਅਦ ਸੂਬੇ ਵੱਲੋਂ 12 ਜਨਵਰੀ ਨੂੰ ਡਰਾਅ ਕੱਢਿਆ ਗਿਆ, ਜਿਸ ਵਿੱਚ 502 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਜਨਵਰੀ ਮਹੀਨੇ ਦੌਰਾਨ ਸੂਬੇ ਵੱਲੋਂ 27 ਜਨਵਰੀ ਨੂੰ ਆਖਰੀ ਡਰਾਅ ਕੱਢਿਆ ਗਿਆ, ਜਿਸ ਵਿੱਚ 1032 ਉਮੀਦਵਾਰਾਂ ਦੀ ਕਿਸਮਤ ਜਾਗੀ। ਇਸ ਦਾ ਮਤਲਬ ਹੈ ਕਿ ਕੁੱਲ ਮਿਲਾ ਕੇ ਓਨਟਾਰੀਓ ਵੱਲੋਂ 2618 ਇਨਵੀਟੇਸ਼ਨ ਜਾਰੀ ਕੀਤੇ ਗਏ। ਸਸਕੈਚੁਆਨ ਵੱਲੋਂ 6 ਜਨਵਰੀ ਨੂੰ ਡਰਾਅ ਕੱਢਿਆ ਗਿਆ, ਜਿਸ ਵਿੱਚ 51 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਉਸ ਤੋਂ ਬਾਅਦ 13 ਜਨਵਰੀ ਨੂੰ ਵੀ ਡਰਾਅ ਕੱਢਿਆ ਗਿਆ, ਜਿਸ ਵਿੱਚ ਸਸਕੈਚੁਆਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ ਐਕਸਪ੍ਰੈਸ ਐਂਟਰੀ ਅਤੇ ਆਕੂਪੇਸ਼ਨ ਇਨ ਡਿਮਾਂਡ ਦੇ ਤਹਿਤ 104 ਇਨਵੀਟੇਸ਼ਨ ਜਾਰੀ ਕੀਤੇ ਗਏ। ਮੌਂਟਰੀਅਲ ਦੇ ਵਿਦਿਆਰਥੀਆਂ ਵੱਲੋਂ ਇਸ ਹਫ਼ਤੇ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਆਪਣੀ ਭਵਿੱਖ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਦਰਅਸਲ ਮੌਂਟਰੀਅਲ ਦੇ 3 ਕਾਲਜ ਬੰਦ ਹੋ ਗਏ। ਬੱਚਿਆਂ ਵੱਲੋਂ ਵਿਦਿਆਰਥੀਆਂ ਵੱਲੋਂ ਫੀਸਾਂ ਭਰੀਆਂ ਗਈਆਂ ਸੀ ਤੇ ਹੁਣ ਉਹਨਾਂ ਵੱਲੋਂ ਭਵਿੱਖ ਨੂੰ ਲੈ ਕੇ ਚਿੰਤਾ ਦਾ ਵੀ ਪ੍ਰਗਟਾਵਾ ਕੀਤਾ ਜਾ ਰਿਹਾ, ਜਿਸ ਕਾਰਨ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ। ਮੌਂਟਰੀਅਲ ਵਿੱਚ ਵਿਦਿਆਰਥੀਆਂ ਦੀ ਇੱਕ ਵੱਡੀ ਰੈਲੀ ਦੇਖਣ ਨੂੰ ਮਿਲੀ, ਜਿੱਥੇ ਵਿਦਿਆਰਥੀਆਂ ਵੱਲੋਂ ਭਵਿੱਖ ਨੂੰ ਖਤਰੇ ਵਿੱਚ ਦੇਖਦਿਆਂ ਕੁਝ ਖਾਸ ਮੰਗਾਂ ਕੀਤੀਆਂ ਗਈਆਂ। ਦਰਅਸਲ ਮੌਂਟਰੀਅਲ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਲਸਾਸ ਵਿੱਚ ਵੱਡੀ ਵਿਦਿਆਰਥੀਆਂ ਦੀ ਰੈਲੀ ਦੇਖਣ ਨੂੰ ਮਿਲੀ। ਇਸ ਰੈਲੀ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਕੈਨੇਡਾ ਵਿੱਚ ਵਸਦੇ ਵੱਖ-ਵੱਖ ਭਾਈਚਾਰੇ ਨਾਲ ਸੰਬੰਧਿਤ ਲੋਕ ਵੀ ਮੌਜੂਦ ਸਨ ਅਤੇ ਕਈ ਜਥੇਬੰਦੀਆਂ ਵੱਲੋਂ ਵੀ ਇਸ ਦੌਰਾਨ ਹਿੱਸਾ ਲਿਆ ਗਿਆ। ਇਸ ਦੌਰਾਨ ਜਾਣਕਾਰੀ ਵੀ ਸਾਂਝੀ ਕੀਤੀ ਗਈ ਕਿ ਆਖਿਰਕਾਰ ਵਿਦਿਆਰਥੀਆਂ ਵੱਲੋਂ ਇੱਥੇ ਵੱਡੀ ਰੈਲੀ ਕਿਉਂ ਕੀਤੀ ਜਾ ਰਹੀ ਹੈ। ਇਸ ਦੌਰਾਨ ਦੱਸਿਆ ਗਿਆ ਕਿ ਪਿਛਲੇ ਦਿਨੀ ਕੈਨੇਡਾ ਵਿੱਚ ਮੌਂਟਰੀਅਲ ਦੇ 3 ਕਾਲਜ ਐਮ ਕਾਲਜ, CDE ਅਤੇ CCSQ ਦੇ ਬੰਦ ਹੋਣ ਨਾਲ ਇਨ੍ਹਾਂ ਕਾਲਜਾਂ ਵਿੱਚ ਪੜ੍ਹਦੇ ਕਈ ਵਿਦਿਆਰਥੀਆਂ ਦੀ ਪੜ੍ਹਾਈ ਰੁਕ ਗਈ ਅਤੇ ਉਨ੍ਹਾਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਕਈਆਂ ਦਾ ਸਟੱਡੀ ਪਰਮਿਟ ਵੀ ਖਤਮ ਹੋਣ ਵਾਲਾ ਹੈ। ਇਸ ਦੌਰਾਨ 30% ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਵੱਲੋਂ ਹਾਲ ਹੀ ਵਿੱਚ ਪਹਿਲੇ ਸਮੈਸਟਰ ਦੀ ਪੜ੍ਹਾਈ ਸ਼ੁਰੂ ਕੀਤੀ ਗਈ ਅਤੇ 70% ਵਿਦਿਆਰਥੀਆਂ ਦੀ ਪੜ੍ਹਾਈ ਲਗਭਗ ਖਤਮ ਹੋਣ ਵਾਲੀ ਸੀ। ਇਸ ਦੌਰਾਨ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਇਹ 3 ਕਾਲਜ ਇਸੇ ਤਰ੍ਹਾਂ ਬੰਦ ਰਹੇ ਤਾਂ ਇਹਨਾਂ ਦੇ ਲਾਇਸੈਂਸ ਰੱਦ ਹੋ ਜਾਣਗੇ, ਜਿਸ ਕਾਰਨ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪੈ ਜਾਵੇਗਾ। ਜਿਨ੍ਹਾਂ ਵਿਦਿਆਰਥੀਆਂ ਵੱਲੋਂ ਆਪਣੀ ਫੀਸ ਭਰ ਦਿੱਤੀ ਗਈ, ਉਹਨਾਂ ਦੀ ਫੀਸ ਵੀ ਵੇਸਟ ਹੋ ਜਾਵੇਗੀ। ਦੱਸੀਏ ਕਿ ਇਸ ਤੋਂ ਬਾਅਦ ਜਥੇਬੰਦੀਆਂ ਵੱਲੋਂ 3 ਫਰਵਰੀ ਨੂੰ ਮੌਂਟਰੀਅਲ ਸ਼ਹਿਰ ਵਿੱਚ ਕਾਰ ਮਾਰਚ ਵਾਸਤੇ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਪਹੁੰਚੇ ਹੋਏ ਲੋਕਾਂ ਵੱਲੋਂ ਤੇ ਵਿਦਿਆਰਥੀਆਂ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। करते हैं पर वो पैसा फजूल नहीं जाएगा। आप जिस कॉलेज में हम पढ़ रहे थे उसी कॉलेज में एजुकेशन लेनी है। गवर्नमेंट से ये हक चाहिए, दूसरे कॉलेज में क्यों जाए? जिस कॉलेज से एजुकेशन लेने आए थे उसी कॉलेज से चाहिए, दूसरे कॉलेज से क्यों ले? जो हमें आगे डिग्री चाहिए दूसरा कॉलेज क्यों देगा हमें वो डिग्री? पैसे हमने उस कॉलेज में लगाए। जब हमने यहाँ आना था DLI लिस्ट में था हमारा कॉलेज, IRCC की वेबसाइट पे था हमारा कॉलेज, मीस के अंदर था। आज क्यों चुप है गवर्नमेंट यहाँ की? क्यों आंसर नहीं कर रही? एक बच्चा सफर कर रहा है। इंडिया में इतने बच्चे सुसाइड करने का सोच रहे हैं, क्यों? कल को कोई बच्चा क्यों भी जाने का नहीं सोचेगा अगर गवर्नमेंट आज कुछ नहीं कर रही। ਆਲਮੋਸਟ $45 ਮਿਲੀਅਨ ਜਿਹੜਾ ਇਹ ਐਡਾ ਵੱਡਾ ਘਪਲਾ ਵਾ ਤੇ ਇਹਦੇ ਵਿੱਚ ਜਿਹੜੇ ਕਿਉਂਕਿ ਦੇ ਨਾਮੀ ਜਿਹੜੇ ਇੰਸਟੀਟਿਊਸ਼ਨ ਨੇ ਉਹ 10 ਦੇ ਕਰੀਬ ਸੀਗੇ ਤੇ ਜਾਂ ਇੰਡੀਆ ਦੇ ਸਟੂਡੈਂਟ ਨਹੀਂ, ਇਹਦੇ ਵਿੱਚ ਦੁਨੀਆ ਭਰ ਦੇ ਮੁਲਕ ਭਰ ਦੇ ਜਿਹੜੇ ਸਟੂਡੈਂਟ ਨੇ ਉਹ ਇਸ ਜਿਹੜਾ ਐਡਾ ਵੱਡਾ ਬਲੰਡਰ ਹੋਇਆ ਉਹਦੇ ਵਿੱਚ ਫਸੇ ਹੋਏ ਨੇ ਤੇ ਕਈ ਸਟੂਡੈਂਟ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਨੇ ਕਿਤੇ ਕੁਝ ਸਟੂਡੈਂਟ ਜਿਹੜੇ ਉਹ ਇੰਡੀਆ ਦੇ ਵਿੱਚ ਬੈਠੇ ਨੇ, ਉਹ ਫੀਸਾਂ ਵੀ ਭਰ ਚੁੱਕੇ ਨੇ ਤੇ ਇਹ ਜਿਹੜਾ ਏਜੰਟ ਕਾਲਜ ਦਾ ਜਿਹੜਾ ਇੱਕ ਪਾਰਟਨਰਸ਼ਿਪ ਚੱਲ ਰਹੀ ਆ ਵੀ ਏਜੰਟ ਕਹਿੰਦੇ ਇੱਥੇ ਜਿਹੜੇ ਲੋਕਲ ਬੰਦੇ ਉਹਨਾਂ ਨੂੰ ਲੈ ਕੇ ਕਾਲਜ ਓਪਨ ਕਰਵਾ ਲੈਂਦੇ ਨੇ, ਕੋਈ ਬ੍ਰਾਂਚ ਓਪਨ ਕਰਵਾ ਲੈਂਦੇ, ਉਹ ਤੋਂ ਬਾਅਦ ਉਹਦਾ ਜਿਹੜਾ ਵਾ ਬੈਂਕਰਪਸੀ ਕਰ ਲੈਂਦੇ ਨੇ ਤੇ ਜੋ ਸਟੂਡੈਂਟਾਂ ਦੀ ਜਿਹੜੀਆਂ ਫੀਸਾਂ ਨੇ ਉਹ ਅੜੀਆਂ ਰਹਿ ਜਾਂਦੀਆਂ ਉੱਥੇ ਤੇ ਬੜਾ ਮੈਂ ਦੇਖ ਰਿਹਾ ਵੀ ਬੜੀਆਂ ਅਜੀਬੋ-ਗਰੀਬ ਘਟਨਾ ਹੋ ਰਹੀਆਂ ਨੇ ਤੇ ਇਹ ਐਡੇ ਵੱਡੇ ਮੁਲਕ ਦੇ ਵਿੱਚ ਜਦੋਂ ਆਪਾਂ ਆਉਨੇ ਆ ਤੇ ਵੱਡੇ ਸੁਪਨੇ ਲੈ ਕੇ ਆਉਨੇ ਆ ਵੀ ਇੱਥੇ ਪੜਾਂਗੇ ਅੱਗੇ ਫਿਊਚਰ ਦੇ ਲਈ ਪੜ੍ਹ ਲਿਖ ਕੇ ਇੱਥੇ ਵਧੀਆ ਨੌਕਰੀ ਕਰਾਂਗੇ, ਪਰ ਜਦੋਂ ਦੇਖਦੇ ਆ ਵੀ ਹਾਲ ਇਹਨਾਂ ਮੁਲਕਾਂ ਦੇ ਵਿੱਚ ਜਿੱਦਾਂ ਦੇ ਬਣੇ ਹੋਏ ਨੇ ਵੀ ਪ੍ਰਾਈਵੇਟਾਈਜੇਸ਼ਨ ਜਿਸ ਹਿਸਾਬ ਨਾਲ ਹੋ ਰਿਹਾ ਕਾਲਜ ਦਾ, ਠੀਕ ਆ, ਤੇ ਖਾਸ ਕਰਕੇ ਕਿਊਬਿਕ ਦੇ ਵਿੱਚ ਤੇ CCSQ ਕਾਲਜ ਸੀਗਾ 2016-17 ਦੇ ਵਿੱਚ ਮੈਂ ਵੀ ਸਫਰ ਕੀਤਾ ਉਸ ਕਾਲਜ ਦੇ ਵਿੱਚ, ਸੇਮ ਸਿਚੁਏਸ਼ਨ ਸੀਗੀ, ਸਾਰਾ ਕੁਝ ਇਦਾਂ ਹੀ ਸੀਗਾ। ਬਟ ਹੁਣ ਜਿਹੜਾ 2021-22 ਦੇ ਵਿੱਚ ਫਿਰ ਜਿਹੜਾ ਸਟੂਡੈਂਟ ਨੇ ਉਹ ਸਾਰੇ ਵੀ ਸਫਰ ਕਰ ਰਹੇ ਨੇ। ਮੈਂ ਜਿਹੜੇ ਆਪਣੇ ਕੈਨੇਡਾ ਦੇ ਨਾਮੀ ਚੈਨਲ ਨੇ ਖਾਸ ਕਰਕੇ ਪੰਜਾਬੀ ਚੈਨਲ ਉਹਨਾਂ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਇੱਕ ਬੜੀ ਅਜੀਬ ਜੀ ਚੀਜ਼ ਹੋ ਰਹੀ ਆ, ਉਹ ਇਹ ਆ ਕਿ ਜਿਹੜੇ ਜਿੰਨੇ ਵੀ
ਇਮੀਗ੍ਰੇਸ਼ਨ ਕੰਸਲਟੈਂਟ ਨੇ। ਕੋਈ ਇਹ ਨਹੀਂ ਕਹਿ ਰਿਹਾ ਕਿ ਇਹਨਾਂ ਸਟੂਡੈਂਟਾਂ ਨਾਲ ਧੱਕਾ ਹੋਇਆ, ਸਾਰੇ ਇਹ ਕਹਿ ਰਹੇ ਆ ਕਿ ਤੁਸੀਂ ਨਿਊ ਬ੍ਰੰਸਵਿਕ ਚਲੇ ਜਾਓ, ਤੁਸੀਂ ਇਹ ਕਾਲਜ ਦੇ ਵਿੱਚ ਚਲੇ ਜਾਓ, ਤੁਸੀਂ ਉਹ ਕਾਲਜ ਦੇ ਵਿੱਚ ਚਲੇ ਜਾਓ। ਕੋਈ ਇਹ ਨਹੀਂ ਕਹਿ ਰਿਹਾ ਕਿ ਇਹ ਧੱਕਾ ਹੋਇਆ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਉਹ ਕਹਿੰਦੇ ਤੁਸੀਂ ਅੱਗੇ ਵਧੋ। ਅੱਗੇ ਵਧਣ ਦਾ ਮਤਲਬ ਇਹ ਆ ਕਿ ਤੁਸੀਂ ਆਪਦੀਆਂ ਜੇਬਾਂ ਦੇ ਵਿੱਚੋਂ ਡਾਲਰ ਹੋਰ ਕੱਢੋ, ਸਾਨੂੰ ਦਿਓ, ਸਾਡਾ ਹੋਰ ਕਮਿਸ਼ਨ ਬਣੇ ਤੇ ਤੁਸੀਂ ਹੋਰ ਗਾਹ ਕਾਲ ਦੇ ਵਿੱਚ ਤੁਸੀਂ ਜਿਹੜਾ ਤੁਹਾਡਾ ਟਾਈਮ ਦਾ ਵੇਸਟ ਹੋਇਆ, ਤੁਹਾਡੀ ਮਨੀ ਵੇਸਟ ਹੋਈ ਆ, ਉਹਨੂੰ ਉਹ ਕਿਸੇ ਖਾਤੇ ਪਾਉਣ ਨੂੰ ਤਿਆਰ ਨਹੀਂ ਹੈਗੇ। ਉਹ ਕਹਿੰਦੇ ਤੁਸੀਂ ਭੁੱਲ ਜਾਓ। ਤੇ ਮੈਂ ਤੁਹਾਨੂੰ ਇਹ ਕਹਿਣਾ ਕਿ ਜਿਹੜਾ ਇਹ ਸਮਾਜ ਆ ਤੁਸੀਂ ਆਪ ਸਿਰਜਣਾ, ਤੁਹਾਡੇ ਆਲੇ ਦੁਆਲੇ ਦੇ ਹਾਲਾਤ ਤੁਸੀਂ ਆਪ ਸਿਰਜਣੇ ਹੁੰਦੇ ਆ। ਤੇ ਮੈਂ ਇਹ ਚਾਹੁੰਦਾ ਵਾਂ ਕਿ ਤੁਸੀਂ ਇਹਨੂੰ ਜਿੰਨਾ ਜੇ ਹੁਣ ਇਹਨੂੰ ਸੁਲਝਾ ਲਓਗੇ ਇਸ ਜ਼ੋਰ ਨੂੰ ਤਾਂ ਸੁਲਝ ਜੂਗੀ, ਨਹੀਂ ਤਾਂ ਗਾਹ ਜਾ ਕੇ ਹੋਰ ਉਲਝਣਾ ਪੈਣੀਆਂ ਨੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ 2014-15 ਤੋਂ ਜਿਹੜੀ ਇਹ ਐਡਾ ਵੱਡਾ ਬਲੰਡਰ ਚੱਲ ਰਿਹਾ ਵਾ, ਜੇ ਉਦੋਂ ਸਟੂਡੈਂਟਾਂ ਨੇ ਸਟਰਗਲ ਕੀਤਾ ਹੁੰਦਾ ਸ਼ਾਇਦ ਅੱਜ ਦਾ ਦਿਨ ਇਹ ਨਾ ਦੇਖਣਾ ਪੈਂਦਾ। ਪਰ ਮੈਨੂੰ ਲੱਗਦਾ ਵੀ ਚਲੋ ਦੇਰ ਆਏ ਦਰੁਸਤ ਆਏ, ਤੇ ਅੱਜ ਵੀ ਤੁਸੀਂ 2021-22 ਦੇ ਵਿੱਚ ਜੇ ਤੁਸੀਂ ਇਹ ਮੈਨੂੰ ਲੱਗਦਾ ਸਟਰਗਲ ਨੂੰ ਤੁਸੀਂ ਬੈਠ ਰਹੇ ਹੋ, ਤੁਸੀਂ ਇਹਨੂੰ ਅੱਗੇ ਤੱਕ ਲੈ ਜਾਓਗੇ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਲਈ ਜਿਹੜਾ ਉਹਨਾਂ ਦਾ ਜਿਹੜਾ ਫਿਊਚਰ ਆ ਉਹ ਬੜਾ ਸੁਖਾਵਾਂ ਹੋਊਗਾ। ਸੋ ਮੈਂ ਇਹ ਕਹਿੰਦਾ ਵਾਂ ਕਿ ਬੜੇ ਹਾਲਾਤ ਇੱਥੇ ਜਿਹੜੇ ਬੜੇ ਗੁੰਝਲਦਾਰ ਬਣੇ ਹੋਏ ਨੇ। BC ਦੇ ਵਿੱਚ 15 ਸਟੂਡੈਂਟਸ ਸੁਸਾਈਡ ਕਰ ਜਾਂਦੇ ਨੇ। ਇੰਡੀਆ ਤੋਂ ਆਉਂਦੇ ਸਟੂਡੈਂਟ ਉਹਨਾਂ ਤੇ ਪ੍ਰੈਸ਼ਰ ਹੁੰਦਾ ਵਾ ਤੇ ਉਹ ਸੁਸਾਈਡ ਕਰ ਜਾਂਦੇ ਨੇ ਕਿਉਂਕਿ ਜੇਬਾਂ ਦੇ ਵਿੱਚ ਤੁਸੀਂ ਘੱਟ ਉਹਦੇ ਕੈਸ਼ ਦੇ ਉੱਤੇ ਕੰਮ ਕਰਦੇ ਹੋ ਤੁਸੀਂ, ਤੇ ਤੁਸੀਂ ਫੀਸਾਂ ਕੱਢਦੇ ਹੋ ਆਪਦੀਆਂ ਦਿਨ ਰਾਤ, ਤੁਸੀਂ ਆਪਦਾ ਇੱਕ ਕਰਕੇ ਪੜ੍ਹਦੇ ਹੋ, ਕੰਮ ਕਰਦੇ ਹੋ, ਘਰ ਨੂੰ ਆਪਦੇ ਨੂੰ ਮੈਨੇਜ ਕਰਦੇ ਹੋ, ਸਾਰਾ ਕੁਝ ਕਰਦੇ ਹੋ ਤੁਸੀਂ ਐਡੇ ਵੱਡੇ ਸੁਪਨੇ ਲੈ ਕੇ। ਪਰ ਜਦੋਂ ਤੁਹਾਨੂੰ ਇਹ ਸਾਰਾ ਕਰਨਾ ਪੈਂਦਾ ਕਿ ਤੁਸੀਂ ਸਿਰਫ ਤੇ ਸਿਰਫ ਕੀ ਮੰਗ ਰਹੇ ਹੋ, ਤੁਸੀਂ ਇੰਨਾ ਜਿਹੜੇ ਲੋਕਲ ਸਟੂਡੈਂਟ ਨਾਲੋਂ ਤੁਸੀਂ 10 ਗੁਣਾ ਵੱਧ ਫੀਸਾਂ ਪੇ ਕਰਕੇ ਤੁਸੀਂ ਸਿਰਫ ਤੇ ਸਿਰਫ ਐਜੂਕੇਸ਼ਨ ਮੰਗ ਰਹੇ ਹੋ, ਹੋਰ ਕੀ ਮੰਗ ਰਹੇ ਹੋ ਤੁਸੀਂ? ਇਸ ਹਫਤੇ ਸਰੀ ਵਿੱਚ ਗੋਲੀਬਾਰੀ ਦਾ ਇੱਕ ਮਾਮਲਾ ਸਾਹਮਣੇ ਆਇਆ ਜੋ ਕਾਫੀ ਜ਼ਿਆਦਾ ਗਰਮਾ ਗਿਆ। ਉਹ ਇਸ ਕਾਰਨ ਕਿਉਂਕਿ ਇਸ ਵਿੱਚ ਕਰਨ ਔਜਲਾ ਦਾ ਵੀ ਨਾਮ ਜੁੜ ਗਿਆ। ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋਈ ਜਿੱਥੇ ਦਾਅਵਾ ਕੀਤਾ ਗਿਆ ਕਿ ਕਰਨ ਔਜਲਾ ਜਿਹੜਾ ਹੈ ਇੱਕ ਗਰੁੱਪ ਵੱਲੋਂ ਉਹਨਾਂ ਦੀ ਉਡੀਕ ਕੀਤੀ ਜਾ ਰਹੀ ਹੈ। ਭਾਰਤ ਤੇ ਯੂਰਪ ਵਿੱਚ ਜੋ ਉਹਨਾਂ ਦਾ ਟ੍ਰਿਪ ਹੋਏਗਾ ਇਸ ਦੇ ਉੱਪਰ ਵੀ ਨਜ਼ਰਾਂ ਉਹਨਾਂ ਦੀਆਂ ਬਣੀਆਂ ਹੋਈਆਂ ਨੇ। ਸਰੀ ਦੇ ਇੱਕ ਘਰ ਦੇ ਉੱਪਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਵੀ ਇੱਕ ਵੱਡਾ ਦਾਅਵਾ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਪਰ ਇਸ ਗੋਲੀਬਾਰੀ ਦੀ ਘਟਨਾ ਨਾਲ ਸੰਬੰਧਿਤ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਕਰਨ ਔਜਲਾ ਦੇ ਦੋਸਤ ਦੇ ਘਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਮਾਮਲਾ 1 ਫਰਵਰੀ ਨੂੰ 2:47 ਦੇ ਕਰੀਬ ਸਾਹਮਣੇ ਆਇਆ, ਜਿੱਥੇ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਨਿਊਟਨ ਦੇ ਘਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਜਦੋਂ ਆਫੀਸਰਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਗੱਡੀ ਦੇ ਉੱਪਰ ਵੀ ਕਾਫੀ ਗੋਲੀਆਂ ਲੱਗੀਆਂ ਹੋਈਆਂ ਸਨ। ਇਸ ਦੌਰਾਨ ਮੀਡੀਆ ਰਿਪੋਰਟਸ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜਾ ਪਰਿਵਾਰ ਇੱਥੇ ਰਹਿ ਰਿਹਾ ਸੀ ਉਹਨਾਂ ਵੱਲੋਂ ਪਿਛਲੇ ਸਾਲ ਸਤੰਬਰ ਮਹੀਨੇ ਦੌਰਾਨ ਇਹ ਘਰ ਲਿਆ ਗਿਆ, ਜਿਸ ਵੇਲੇ ਘਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਪੂਰਾ ਪਰਿਵਾਰ ਘਰ ਦੇ ਵਿੱਚ ਹੀ ਸੀ ਤੇ ਉਹ ਸੁੱਤੇ ਪਏ ਸਨ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸੰਬੰਧੀ ਕੋਈ ਵੀ ਜ਼ਖਮੀ ਨਹੀਂ ਹੋਇਆ। ਇਸ ਘਰ ਦੇ ਮਾਲਕ ਦਾ ਨਾਮ ਸੁਖੀ ਗਰਚਾ ਹੈ, ਜਿਨ੍ਹਾਂ ਦੱਸਿਆ ਕਿ ਘਰ ਦੇ ਉੱਪਰ ਜੋ ਗੋਲੀਆਂ ਚਲਾਈਆਂ ਗਈਆਂ ਇਹਨਾਂ ਵਿੱਚੋਂ 12-13 ਗੋਲੀਆਂ ਤਾਂ ਸਾਫ਼ ਤੌਰ ਦੇ ਉੱਪਰ ਨਜ਼ਰ ਆ ਰਹੀਆਂ ਨੇ, ਜੋ ਕਿ ਕੰਧਾਂ ਅਤੇ ਤਾਕੀਆਂ ਦੇ ਉੱਪਰ ਮਾਰੀਆਂ ਗਈਆਂ। ਇਸ ਤੋਂ ਇਲਾਵਾ ਕੁਝ ਗੋਲੀਆਂ ਗੱਡੀ ਦੇ ਉੱਪਰ ਵੀ ਲੱਗੀਆਂ। ਉਧਰ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਵੀ ਇੱਕ ਚਿੱਠੀ ਵਾਇਰਲ ਹੋ ਰਹੀ ਹੈ, ਜਿੱਥੇ ਇੱਕ ਵੱਡਾ ਦਾਅਵਾ ਕੀਤਾ ਜਾ ਰਿਹਾ ਹੈ। ਪੰਜਾਬੀ ਗਾਇਕ ਕਰਨ ਔਜਲਾ ਨੂੰ ਧਮਕੀ ਦਿੱਤੀ ਜਾ ਰਹੀ ਹੈ। ਜੋ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ ਉਸ ਮੁਤਾਬਕ ਹੈਰੀ ਚੱਠਾ ਗਰੁੱਪ ਵੱਲੋਂ ਕਰਨ ਔਜਲਾ ਨੂੰ ਧਮਕੀ ਦਿੱਤੀ ਜਾ ਰਹੀ ਹੈ। ਇਸ ਚਿੱਠੀ ਵਿੱਚ ਲਿਖਿਆ ਗਿਆ, ਕਰਨ ਔਜਲੇ ਕਿੰਨਾ ਕੁ ਚਿਰ ਯਾਰਾਂ ਦੋਸਤਾਂ ਦਾ ਨੁਕਸਾਨ ਕਰਵਾਈ ਜਾਵੇਗਾ। ਸਾਨੂੰ ਤੇਰੀ ਭੈਣ ਦਾ ਘਰ ਵੀ ਪਤਾ ਆ ਤੇ ਤੇਰੀ ਨਾਲ ਦੀ ਬੁਟੀਕ ਦਾ ਵੀ ਪਤਾ ਆ, ਪਰ ਅਸੀਂ ਉਹਨਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ। ਤੇਰਾ ਕੈਨੇਡਾ ਵਿੱਚ ਹੀ ਅਸੀਂ ਇਹ ਹਾਲ ਕਰ ਦਿੱਤਾ ਆ, ਤੇ ਜਦੋਂ ਯੂਰਪ ਦਾ ਟੂਰ ਲੱਗੂਗਾ ਉੱਥੇ ਵੀ ਤੇਰੀ ਵੇਟ ਕਰਦੇ ਪਏ ਆ, ਤੇ ਇੰਡੀਆ ਸਾਡਾ ਭਰਾ ਹੈਰੀ ਚੱਠਾ ਤੇਰੀ ਵੇਟ ਕਰਦਾ ਪਿਆ ਆ। ਬਾਕੀ ਕਿੰਨਾ ਕੁ ਟਾਈਮ ਐਡਰੈਸ ਬਦਲ ਕੇ ਰਹਿ ਲੂਗਾ, ਅੱਜ ਨਹੀਂ ਤਾਂ ਕੱਲ ਹੱਥ ਆ ਹੀ ਜਾਵੇਗਾ। ਦੱਸੀਏ ਕਿ ਸੋਸ਼ਲ ਮੀਡੀਆ ਦੇ ਉੱਪਰ ਜੋ ਚਿੱਠੀ ਵਾਇਰਲ ਹੋ ਰਹੀ ਹੈ, ਪੁਲਿਸ ਵੱਲੋਂ ਇਸ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪੁਲਿਸ ਵੱਲੋਂ ਅਜੇ ਇਸ ਦੀ ਪੁਸ਼ਟੀ ਕੀਤੀ ਜਾਣੀ ਬਾਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੋ ਉਹਨਾਂ ਵੱਲੋਂ ਜਾਂਚ ਕੀਤੀ ਗਈ ਉਸ ਮੁਤਾਬਕ ਇਹ ਮਾਮਲਾ ਟਾਰਗੇਟਡ ਹੈ ਤੇ ਇਸ ਦਾ ਸੰਬੰਧ ਲੋਅਰ ਮੇਨਲੈਂਡ ਗੈਂਗ ਕੌਨਫਲਿਕਟ ਨਾਲ ਨਹੀਂ ਦੱਸਿਆ ਗਿਆ। ਜਿਸ ਘਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਉਸ ਦੇ ਮਾਲਕ ਵੱਲੋਂ ਇਹ ਜ਼ਰੂਰ ਦੱਸਿਆ ਗਿਆ ਕਿ ਪੁਲਿਸ ਕੋਲ ਚਿੱਠੀ ਹੈ, ਪਰ ਇਸ ਬਾਰੇ ਅਜੇ ਡੀਟੇਲ ਸਾਹਮਣੇ ਨਹੀਂ ਆਈ। ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ। ਇਸ ਹਫਤੇ ਸਿਆਸਤ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਿੱਥੇ ਐਰੀਨੋ ਟੂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਜੀ ਹਾਂ, ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਤੌਰ ਤੋਂ ਉਹਨਾਂ ਨੂੰ ਹਟਾ ਦਿੱਤਾ ਗਿਆ। ਇਸ ਸੰਬੰਧੀ VOTING ਕਰਵਾਈ ਗਈ। ਕੈਨੇਡਾ ਦੀ ਸਿਆਸਤ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ।
ਐਰੀਨੋ ਟੂਲ ਨੂੰ ਕੰਜ਼ਰਵੇਟਿਵ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਜੀ ਹਾਂ, ਐਰੀਨੋ ਟੂਲ ਨੂੰ ਅੱਜ ਕੰਜ਼ਰਵੇਟਿਵ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਕੰਜ਼ਰਵੇਟਿਵ ਕਾਕਸ ਵੱਲੋਂ ਐਰੀਨੋ ਟੂਲ ਨੂੰ ਅਹੁਦੇ ਤੋਂ ਹਟਾਉਣ ਸੰਬੰਧੀ ਅੱਜ VOTING ਕੀਤੀ ਗਈ। ਇਸ ਦੌਰਾਨ ਮੈਜੋਰਿਟੀ ਕਾਕਸ ਵੱਲੋਂ ਸੀਕ੍ਰੇਟ ਬੈਲਟ ਦੇ ਜ਼ਰੀਏ ਉਹ ਟੂਲ ਨੂੰ ਲੀਡਰਸ਼ਿਪ ਤੋਂ ਹਟਾਉਣ ਸੰਬੰਧੀ ਵੋਟ ਕੀਤੀ ਗਈ। ਵਰਚੁਅਲ ਮੀਟਿੰਗ ਵਿੱਚ 118 ਵੋਟਾਂ ਪਈਆਂ। ਇਸ ਦੌਰਾਨ 73 MP ਇਹ ਚਾਹੁੰਦੇ ਸਨ ਕਿ ਉਹ ਟੂਲ ਨੂੰ ਰਿਪਲੇਸ ਕੀਤਾ ਜਾਵੇ ਤੇ 45 ਮੈਂਬਰ ਪਾਰਲੀਮੈਂਟ ਲੀਡਰਸ਼ਿਪ ਐਂਡੋਰਸ ਕਰਨ ਸੰਬੰਧੀ ਵੋਟ ਪਾਉਂਦੇ ਹੋਏ ਦਿਖਾਈ ਦਿੱਤੇ। ਦੱਸ ਦਈਏ ਕਿ ਇਸੇ ਹਫ਼ਤੇ ਦੀ ਸ਼ੁਰੂਆਤ ਵਿੱਚ 1/3 ਕਾਕਸ ਵੱਲੋਂ ਲੀਡਰਸ਼ਿਪ ਰਿਵਿਊ ਸੰਬੰਧੀ ਇੱਕ ਲੈਟਰ ਸਾਈਨ ਕੀਤਾ ਸੀ। ਹੁਣ ਜਲਦ ਹੀ ਪਾਰਟੀ ਵੱਲੋਂ ਇੰਟਰਮ ਲੀਡਰ ਨੂੰ ਚੁਣਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਵਾਰ ਦੀਆਂ ਜੋ ਫੈਡਰਲ ਚੋਣਾਂ ਹੋਈਆਂ ਉਸ ਦੇ ਨਤੀਜੇ ਕੰਜ਼ਰਵੇਟਿਵ ਪਾਰਟੀ ਦੇ ਪੱਖ ਵਿੱਚ ਨਹੀਂ ਆਏ। ਕੰਜ਼ਰਵੇਟਿਵ ਪਾਰਟੀ ਨੂੰ ਜੋ ਹਾਰ ਮਿਲੀ, ਇਸ ਤੋਂ ਬਾਅਦ ਲੀਡਰ ਐਰੀਨੋ ਟੂਲ ਦੀ ਲੀਡਰਸ਼ਿਪ ਰਿਵਿਊ ਸੰਬੰਧੀ ਸਮੇਂ-ਸਮੇਂ ਦੇ ਉੱਪਰ ਮੰਗ ਉੱਠਦੀ ਰਹੀ ਤੇ ਹੁਣ ਜੋ ਵਰਚੁਅਲ ਤਰੀਕੇ ਦੇ ਨਾਲ VOTING ਕਰਵਾਈ ਗਈ, ਇਸ ਦੌਰਾਨ ਕਾਕਸ ਵੱਲੋਂ VOTING ਦੇ ਜ਼ਰੀਏ ਐਰੀਨੋ ਟੂਲ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ 2012 ਦੀਆਂ ਓਨਟਾਰੀਓ ਬਾਈ ਇਲੈਕਸ਼ਨ ਵਿੱਚ ਓਟੂਲ ਵੱਲੋਂ ਦੁਹਰਮ ਤੋਂ ਜਿੱਤ ਹਾਸਲ ਕੀਤੀ ਸੀ। 2017 ਵਿੱਚ ਉਹ ਸਭ ਤੋਂ ਘੱਟ ਜਾਣੇ ਜਾਣ ਵਾਲੇ ਉਮੀਦਵਾਰ ਸਨ। ਉਹਨਾਂ ਵੱਲੋਂ ਜਨਵਰੀ 2020 ਦੌਰਾਨ ਉਹਨਾਂ ਵੱਲੋਂ ਦੂਸਰੀ ਲੀਡਰਸ਼ਿਪ ਬਿਡ ਦਾ ਐਲਾਨ ਕੀਤਾ ਗਿਆ ਤੇ ਹੁਣ ਜੋ ਕਾਕਸ ਵੱਲੋਂ VOTING ਕੀਤੀ ਗਈ ਉਸ ਦੇ ਆਧਾਰ ਦੇ ਉੱਪਰ ਐਰੀਨੋ ਟੂਲ ਕੰਜ਼ਰਵੇਟਿਵ ਲੀਡਰ ਦੇ ਅਹੁਦੇ ਤੋਂ ਹਟਾ ਦਿੱਤੇ ਗਏ ਨੇ। ਜਿਹੜੇ ਟਰੱਕ ਡਰਾਈਵਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਵਿਚਾਰ ਦੱਸੇ ਗਏ। ਆਪਣਾ ਪੱਖ ਉਹਨਾਂ ਵੱਲੋਂ ਰੱਖਿਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਹਾ ਗਿਆ ਕਿ ਪ੍ਰਦਰਸ਼ਨ ਦੌਰਾਨ ਮਿਲਟਰੀ ਬੁਲਾਉਣ ਦੀ ਅਜੇ ਉਹਨਾਂ ਦੀ ਕੋਈ ਵੀ ਯੋਜਨਾ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਓਟਵਾ ਦੇ ਵਿੱਚ ਜੋ ਪ੍ਰਦਰਸ਼ਨ ਜਾਰੀ ਹੈ, ਇੱਥੇ ਮਿਲਟਰੀ ਬੁਲਾਉਣ ਦੀ ਅਜੇ ਜ਼ਰੂਰਤ ਨਹੀਂ। ਜੀ ਹਾਂ, ਓਟਵਾ ਵਿੱਚ ਟਰੱਕਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਕਰਦਿਆਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸਮੇਂ-ਸਮੇਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਨੇ। ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਮਿਲਟਰੀ ਨੂੰ ਅਜੇ ਇੱਥੇ ਬੁਲਾਉਣ ਦੀ ਉਹਨਾਂ ਦੀ ਕੋਈ ਯੋਜਨਾ ਨਹੀਂ ਹੈ। ਦੱਸੀਏ ਕਿ ਜੋ ਓਟਵਾ ਵਿੱਚ ਪ੍ਰੋਟੈਸਟ ਚੱਲ ਰਿਹਾ ਹੈ, ਇਸ ਕਾਰਨ ਕਾਫੀ ਚੀਜ਼ਾਂ ਪ੍ਰਭਾਵਿਤ ਹੋ ਰਹੀਆਂ ਨੇ। ਬਾਰਡਰ ਦੇ ਉੱਪਰ ਵੀ ਕਾਫੀ ਟਰੱਕ ਡਰਾਈਵਰਸ ਫਸੇ ਹੋਏ ਨੇ, ਜਿਨ੍ਹਾਂ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਜਾਰੀ ਕਰਕੇ ਆਪਣਾ ਦੁੱਖ ਦੱਸਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਓਟਵਾ ਦੇ ਵਸਨੀਕ ਆਪਣੀ ਆਮ ਜ਼ਿੰਦਗੀ ਵਾਪਸ ਚਾਹੁੰਦੇ ਨੇ ਤੇ ਨਾਲ ਹੀ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਸਾਫ਼ ਕਰ ਦਿੱਤਾ ਗਿਆ ਕਿ ਉਹ ਟਰੱਕਰਸ ਨਾਲ ਨੈਗੋਸ਼ੀਏਟ ਨਹੀਂ ਕਰਨਗੇ। ਇਹਨਾਂ ਵਿਚਾਰਾਂ ਦੀ ਸਾਂਝ ਪ੍ਰਧਾਨ ਮੰਤਰੀ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਕਿਹਾ ਕਿ ਆਮ ਲੋਕ ਆਪਣੀ ਜ਼ਿੰਦਗੀ ਨਾਰਮਲ ਚਾਹੁੰਦੇ ਹਨ ਤੇ ਪ੍ਰਦਰਸ਼ਨ ਕਾਰਨ ਉਹਨਾਂ ਨੂੰ ਪ੍ਰਭਾਵਿਤ ਹੋਣਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। We will remain steadfast to the mandate given to parliamentarians 6 months ago in the last election. You will remember that there were very, very clear differences of opinion around mandatory vaccination, around vaccine mandates put forward in that election, and they were heavily debated and indeed protested by some of the main people who are same people who are protesting right now in Ottawa. And the commitment that we made as a government, if we got re-elected, is we would stand by science, vaccinated, that federal public servants be fully vaccinated, move forward with vaccine mandates in federally regulated areas. That is the promise we made to Canadians. That is the decision Canadians took in the last election by voting for parties that were supporting those mandates. So, having a group of people who disagree with the outcome of an election, who want to go a different way and bring in an alternative government, is a non-starter in a responsible democracy. That is why we are continuing to fulfill the responsibility that that Canadians gave us in this last election, and quite frankly, continue to stand by the almost 90% of truckers who are vaccinated, stand by the millions upon millions of Canadians who just want to get their lives back and who know that getting back to the things we love requires vaccination. ਕੋਰੋਨਾ ਵਾਇਰਸ ਕਾਰਨ ਵੱਖ-ਵੱਖ ਦੇਸ਼ਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਪਾਬੰਦੀਆਂ ਲਗਾਈਆਂ ਹੋਈਆਂ ਨੇ। ਇਹਨਾਂ ਪਾਬੰਦੀਆਂ ਵਿੱਚ ਹੌਲੀ-ਹੌਲੀ ਢਿੱਲ ਵੀ ਦਿੱਤੀ ਗਈ, ਪਰ ਫਿਰ ਓਮਿਕਰੌਨ ਵੇਰੀਐਂਟ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਖਤੀ ਵੱਖ-ਵੱਖ ਦੇਸ਼ਾਂ ਵਿੱਚ ਹੁੰਦੀ ਹੋਈ ਦਿਖਾਈ ਦਿੱਤੀ। ਪਰ ਹੁਣ ਅਜਿਹਾ ਦੇਖਣ ਨੂੰ ਮਿਲ ਰਿਹਾ ਜਿੱਥੇ ਵੱਖ-ਵੱਖ ਦੇਸ਼ ਵੱਡੀ ਗਿਣਤੀ ਦੇ ਵਿੱਚ ਪਾਬੰਦੀਆਂ ਹਟਾ ਰਹੇ ਨੇ। ਇਸ ਸੰਬੰਧੀ ਹੁਣ ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਚੇਤਾਵਨੀ ਦਿੱਤੀ ਗਈ। ਹਾਊਸਫੁੱਲ ਸਿਨੇਮਾਸ, ਲੇਟ ਨਾਈਟ ਪਾਰਟੀ,
ਬਿਨਾਂ ਕਿਸੇ ਪਾਬੰਦੀਆਂ ਮਾਸਕ ਦੇ ਆਜ਼ਾਦ ਘੁੰਮਣਾ, ਇਹ ਚੀਜ਼ਾਂ ਦੇਖਿਆ ਕਾਫੀ ਲੰਬਾ ਸਮਾਂ ਹੋ ਗਿਆ ਕਿਉਂਕਿ ਮਾਰਚ 2020 ਤੋਂ ਹੀ ਕਰੋਨਾ ਵਾਇਰਸ ਦੇ ਕਾਰਨ ਵੱਖ-ਵੱਖ ਦੇਸ਼ਾਂ ਵਿੱਚ ਪਾਬੰਦੀਆਂ ਲੱਗੀਆਂ ਹੋਈਆਂ ਨੇ। ਪਰ ਹੁਣ ਇੱਕ ਵਾਰ ਫਿਰ ਤੋਂ ਦੇਸ਼ਾਂ ਵੱਲੋਂ ਇਨ੍ਹਾਂ ਪਾਬੰਦੀਆਂ ਵਿੱਚ ਰਾਹਤ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਯੂਰਪ ਅਤੇ ਨਾਰਥ ਅਮਰੀਕਾ ਵਿੱਚ ਜ਼ਿਆਦਾਤਰ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ। ਇੱਕ ਪਾਸੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਨ੍ਹਾਂ ਸਖਤੀਆਂ ਵਿੱਚ ਢਿੱਲ ਸੋਚ ਸਮਝ ਕੇ ਦੇਣੀ ਚਾਹੀਦੀ ਹੈ, ਪਰ ਬਹੁਤੇ ਦੇਸ਼ ਇਹ ਕਹਿਣ ਲੱਗੇ ਨੇ ਕਿ ਕਰੋਨਾ ਵਾਇਰਸ ਇੱਕ ਫਲੂ ਦੀ ਤਰ੍ਹਾਂ ਹੈ। ਜੀ ਹਾਂ, ਬਹੁਤ ਸਾਰੇ ਦੇਸ਼ਾਂ ਵੱਲੋਂ ਕਰੋਨਾ ਸਖਤੀਆਂ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਨਿਊਯਾਰਕ ਦੀ ਸਰਕਾਰ ਵੱਲੋਂ ਅਗਲੇ ਹਫ਼ਤੇ ਇਸ ਚੀਜ਼ ਨੂੰ ਲੈ ਕੇ ਫੈਸਲਾ ਕੀਤਾ ਜਾਵੇਗਾ ਕਿ ਸਟੇਟ ਵਿੱਚ ਮਾਸਕ ਲਾਜ਼ਮੀ ਜ਼ਰੂਰੀ ਹੈ ਜਾਂ ਫਿਰ ਨਹੀਂ। ਉਧਰ ਇੰਗਲੈਂਡ, ਫਰਾਂਸ, ਆਇਰਲੈਂਡ, ਨੀਦਰਲੈਂਡ ਵਰਗੇ ਕਈ ਅਜਿਹੇ ਦੇਸ਼ ਨੇ ਜਿਨ੍ਹਾਂ ਵੱਲੋਂ ਜ਼ਿਆਦਾਤਰ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ। ਪਿਛਲੇ ਹਫ਼ਤੇ ਇੰਗਲੈਂਡ ਵੱਲੋਂ ਡੋਮੈਸਟਿਕ ਰਿਸਟ੍ਰਿਕਸ਼ਨਸ ਹਟਾਉਣ ਦਾ ਐਲਾਨ ਕਰ ਦਿੱਤਾ ਗਿਆ। ਇੱਥੇ ਜਨਤਕ ਥਾਵਾਂ ਦੇ ਉੱਪਰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਵੈਕਸੀਨ ਪਾਸਿਸ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਰਕ ਫਰੋਮ ਹੋਮ ਦਾ ਆਰਡਰ ਵੀ ਇੱਥੋਂ ਹਟਾ ਦਿੱਤਾ ਗਿਆ। ਮੰਗਲਵਾਰ ਨੂੰ ਨਾਰਵੇ ਵੱਲੋਂ ਐਲਾਨ ਕੀਤਾ ਗਿਆ ਕਿ ਜੋ ਉਹਨਾਂ ਵੱਲੋਂ 11 ਵਜੇ ਤੋਂ ਬਾਅਦ ਐਲਕੋਹਲ ਵਰਤਾਉਣ ਸੰਬੰਧੀ ਰੋਕ ਲਗਾਈ ਗਈ ਸੀ, ਇਸ ਨੂੰ ਹਟਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਗੈਦਰਿੰਗ ਨੂੰ ਲੈ ਕੇ ਜੋ ਸਖਤੀ ਕੀਤੀ ਗਈ ਸੀ, ਇਸ ਵਿੱਚ ਵੀ ਹੁਣ ਨਾਰਵੇ ਵੱਲੋਂ ਰਾਹਤ ਦਿੱਤੀ ਜਾ ਰਹੀ ਹੈ, ਜਿਸ ਦਾ ਮਤਲਬ ਹੈ ਕਿ ਇਵੈਂਟਸ ਦੇ ਵਿੱਚ ਹੁਣ ਜ਼ਿਆਦਾਤਰ ਲੋਕ ਇਕੱਠੇ ਬੈਠ ਸਕਣਗੇ। ਇਨ੍ਹਾਂ ਪਾਬੰਦੀਆਂ ਵਿੱਚ ਢਿੱਲ ਦੇਣ ਦੇ ਬਾਰੇ ਡੈਨਮਾਰਕ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ, ਜਿੱਥੇ ਉਹਨਾਂ ਵੱਲੋਂ ਜ਼ਿਆਦਾਤਰ ਪਾਬੰਦੀਆਂ ਹਟਾਈਆਂ ਜਾ ਰਹੀਆਂ ਨੇ। ਸਵਿਟਜ਼ਰਲੈਂਡ ਵੱਲੋਂ ਵੀ ਹਾਲ ਹੀ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਉਹਨਾਂ ਵੱਲੋਂ ਵਰਕ ਐਟ ਹੋਮ ਅਤੇ ਕੁਆਰੰਟਾਈਨ ਰਿਕੁਆਇਰਮੈਂਟਸ ਹਟਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਪਾਬੰਦੀਆਂ ਨੇ ਉਹਨਾਂ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਪਾਬੰਦੀਆਂ ਵਿੱਚ ਰਾਹਤ ਇੰਨੀ ਛੇਤੀ ਨਾ ਦਿੱਤੀ ਜਾਵੇ। WHO ਦੇ ਚੀਫ ਦਾ ਕਹਿਣਾ ਹੈ ਕਿ ਜ਼ਿਆਦਾਤਰ ਦੇਸ਼ਾਂ ਵੱਲੋਂ ਪੋਲੀਟੀਕਲ ਪ੍ਰੈਸ਼ਰ ਦੇ ਅਧੀਨ ਇਨ੍ਹਾਂ ਰਿਸਟ੍ਰਿਕਸ਼ਨਸ ਨੂੰ ਹਟਾਇਆ ਜਾ ਰਿਹਾ ਹੈ, ਪਰ ਇਸ ਦਾ ਨਤੀਜਾ ਬੁਰਾ ਹੋ ਸਕਦਾ ਹੈ ਕਿਉਂਕਿ ਓਮਿਕਰੌਨ ਵੇਰੀਐਂਟ ਨੂੰ ਇੰਨਾ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਉਧਰ ਆਸਟਰੀਆ, ਜੋ ਕਿ ਪਹਿਲਾ ਅਜਿਹਾ ਯੂਰਪੀਅਨ ਦੇਸ਼ ਸੀ ਜਿਸ ਵੱਲੋਂ ਪਹਿਲਾਂ ਵੈਕਸੀਨ ਮੈਂਡੇਟ ਕੀਤਾ ਗਿਆ, ਉਹਨਾਂ ਵੱਲੋਂ ਵੀ ਹੁਣ ਪਾਬੰਦੀਆਂ ਵਿੱਚ ਰਾਹਤ ਦੇਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਹੁਣ ਗ੍ਰੀਸ ਵੱਲੋਂ ਕਹਿ ਦਿੱਤਾ ਗਿਆ ਹੈ ਕਿ 60 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਜਿਹੜੇ ਟੀਕੇ ਨਹੀਂ ਲਗਵਾਉਣਗੇ ਉਹਨਾਂ ਨੂੰ ਜੁਰਮਾਨਾ ਲੱਗੇਗਾ। ਸਾਊਥ ਅਫਰੀਕਾ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਤੇ ਇੱਥੇ ਮਾਸਕ ਅਜੇ ਵੀ ਲਾਜ਼ਮੀ ਹੋਏਗਾ, ਪਰ ਜੋ ਉਹਨਾਂ ਵੱਲੋਂ ਕਈ ਥਾਵਾਂ ਉੱਪਰ ਕਰਫਿਊ ਲਗਾਇਆ ਗਿਆ ਸੀ, ਇਸ ਨੂੰ ਹਟਾਇਆ ਜਾ ਰਿਹਾ ਹੈ। ਇਸ ਹਫ਼ਤੇ ਸਪਾਊਸ ਵੀਜ਼ਾ ਵਾਲਿਆਂ ਲਈ ਵੱਡਾ ਐਲਾਨ ਹੋਇਆ। ਇੱਕ ਪੋਰਟਲ ਲਾਂਚ ਕੀਤਾ ਗਿਆ ਜਿਸ ਨਾਲ ਇਹ ਫਾਇਦਾ ਹੋਵੇਗਾ ਕਿ ਜਿਹੜੇ ਸਪਾਊਸ ਵੀਜ਼ਾ ਅਪਲਾਈ ਕਰਨ ਵਾਲੇ ਨੇ ਤੇ ਰਿਪਰੈਜ਼ੈਂਟੇਟਿਵ ਉਹ ਘਰ ਬਹਿ ਕੇ ਆਨਲਾਈਨ ਹੀ ਆਪਣੀ ਅਰਜ਼ੀ ਦਾ ਸਟੇਟਸ ਚੈੱਕ ਕਰ ਸਕਣਗੇ। ਸਪਾਊਸਲ ਵੀਜ਼ਾ ਵਾਲਿਆਂ ਦੇ ਲਈ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਸਰਕਾਰ ਵੱਲੋਂ ਇਨ੍ਹਾਂ ਵੀਜ਼ਿਆਂ ਸੰਬੰਧੀ ਇੱਕ ਖਾਸ ਤੇ ਵੱਡਾ ਕਦਮ ਚੁੱਕਿਆ ਗਿਆ। ਜੀ ਹਾਂ, ਕੈਨੇਡਾ ਵੱਲੋਂ ਹੁਣ ਸਪਾਊਸਲ ਅਤੇ ਚਾਈਲਡ ਸਪਾਂਸਰਸ਼ਿਪ ਵਾਸਤੇ ਨਵੇਂ ਇਮੀਗ੍ਰੇਸ਼ਨ ਟਰੈਕਰ ਨੂੰ ਲਾਂਚ ਕੀਤਾ ਗਿਆ। ਇਸ ਨਾਲ ਇਹ ਹੋਏਗਾ ਕਿ ਸਪਾਊਸਲ ਵੀਜ਼ਾ ਸੰਬੰਧੀ ਪਾਰਦਰਸ਼ਤਾ ਆਏਗੀ। ਜਿਹੜੇ ਇਸ ਵੀਜ਼ਾ ਨੂੰ ਅਪਲਾਈ ਕਰ ਰਹੇ ਨੇ ਤੇ ਜਿਨ੍ਹਾਂ ਦਾ ਵੀਜ਼ਾ ਅਪਲਾਈ ਕੀਤਾ ਗਿਆ ਹੈ, ਉਹ ਆਪਣੇ ਵੀਜ਼ਾ ਦਾ ਸਟੇਟਸ ਆਨਲਾਈਨ ਚੈੱਕ ਕਰ ਸਕਣਗੇ। ਜੀ ਹਾਂ, ਕੈਨੇਡਾ ਸਰਕਾਰ ਵੱਲੋਂ ਸਪਾਊਸਲ ਅਤੇ ਚਾਈਲਡ ਸਪਾਂਸਰਸ਼ਿਪ ਐਪਲੀਕੈਂਟਸ ਵਾਸਤੇ ਨਵੇਂ ਟਰੈਕ ਨੂੰ ਲਾਂਚ ਕੀਤਾ ਗਿਆ ਹੈ, ਜਿਸ ਨਾਲ ਉਹ ਆਪਣੇ ਇਮੀਗ੍ਰੇਸ਼ਨ ਐਪਲੀਕੇਸ਼ਨਸ ਨੂੰ ਆਨਲਾਈਨ ਟਰੈਕ ਕਰ ਸਕਣਗੇ। ਇਹ ਟਰੈਕਰ ਸਰਕਾਰੀ ਵੈਬਸਾਈਟ ਉੱਪਰ ਉਪਲਬਧ ਹੋਵੇਗਾ। ਫਿਲਹਾਲ ਇਹ ਉਹਨਾਂ ਵਾਸਤੇ ਉਪਲਬਧ ਹੋਵੇਗਾ ਜਿਹੜੇ ਸਪਾਊਸਲ, ਕਾਮਨ ਲਾਅ ਅਤੇ ਡਿਪੈਂਡੈਂਟ ਚਾਈਲਡ ਸਪਾਂਸਰਸ਼ਿਪ ਵਾਸਤੇ ਅਪਲਾਈ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਐਪਲੀਕੈਂਟ ਅਤੇ ਰਿਪਰੈਜ਼ੈਂਟੇਟਿਵਸ ਵਾਸਤੇ ਵੀ ਉਪਲਬਧ ਹੋਵੇਗਾ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਮੰਤਰੀ ਵੱਲੋਂ ਹਾਲ ਹੀ ਵਿੱਚ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਸਪਾਊਸਲ ਵੀਜ਼ਾ ਸੰਬੰਧੀ ਨਵਾਂ ਟਰੈਕਰ ਲਾਂਚ ਕੀਤਾ ਜਾਵੇਗਾ ਤੇ ਅੱਜ ਇਸ ਦਾ ਐਲਾਨ ਹੋ ਚੁੱਕਿਆ ਹੈ। ਦੱਸ ਦਈਏ ਕਿ ਕੈਨੇਡਾ ਸਰਕਾਰ ਵੱਲੋਂ ਜੋ ਫਾਈਲਾਂ ਦਾ ਵੱਡਾ ਬੈਕਲੌਗ ਇਕੱਠਾ ਹੋਇਆ ਹੈ, ਉਸ ਦੇ ਨਿਪਟਾਰੇ ਸੰਬੰਧੀ ਕਈ ਖਾਸ ਤੇ ਵੱਡੇ ਕਦਮ ਚੁੱਕੇ ਜਾ ਰਹੇ ਨੇ। ਕੈਨੇਡਾ ਵਿੱਚ ਸਪਾਊਸਲ ਵੀਜ਼ਾ ਸੰਬੰਧੀ ਲਗਾਤਾਰ ਸਵਾਲ ਪੁੱਛੇ ਜਾਂਦੇ ਨੇ ਕਿ ਇਸ ਵੀਜ਼ਾ ਵਿੱਚ ਇੰਨੀ ਦੇਰੀ ਕਿਉਂ ਲੱਗ ਰਹੀ ਹੈ, ਤੇ ਹੁਣ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਇਹਨਾਂ ਫਾਈਲਾਂ ਦੇ ਨਿਪਟਾਰੇ ਦੇ ਉੱਪਰ ਕੰਮ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨਸ ਦਾ 54,000 ਤੋਂ ਵੱਧ ਦਾ ਅੰਕੜਾ ਹੈ, ਜਿਨ੍ਹਾਂ ਦੇ ਉੱਪਰ ਕੈਨੇਡਾ ਸਰਕਾਰ ਨੇ ਅਜੇ ਡਿਸੀਜਨ ਦੇਣਾ ਹੈ। ਚਿਲਡਰਨ ਅਤੇ ਅਦਰ ਫੈਮਿਲੀ ਕਲਾਸ ਐਪਲੀਕੈਂਟਸ ਵਾਸਤੇ ਇਹ ਗਿਣਤੀ 8,848 ਦੀ ਦੱਸੀ ਗਈ ਹੈ। ਸੋ ਕੈਨੇਡਾ ਤੋਂ ਵੱਡੀ ਖਬਰ ਸਪਾਊਸਲ ਵੀਜ਼ਾ ਨਾਲ ਸੰਬੰਧਿਤ ਸਾਹਮਣੇ ਆਈ ਹੈ, ਜਿੱਥੇ ਹੁਣ ਸਪਾਊਸਲ ਵੀਜ਼ਾ ਅਪਲਾਈ ਕਰਨ ਵਾਲੇ ਆਪਣੀਆਂ ਅਰਜ਼ੀਆਂ ਦਾ ਸਟੇਟਸ ਆਨਲਾਈਨ ਚੈੱਕ ਕਰ ਸਕਣਗੇ ਅਤੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਜਲਦ ਬੈਕਲੌਗ ਨੂੰ ਖਤਮ ਕੀਤਾ ਜਾਵੇਗਾ।
ਤੇ ਨਾਲ ਹੀ ਉਹਨਾਂ ਵੱਲੋਂ ਹੋਰ ਵੀ ਇਮੀਗ੍ਰੇਸ਼ਨ ਸੰਬੰਧੀ ਕਈ ਕਦਮ ਚੁੱਕੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਹੁਣ ਜਲਦ ਲੱਗਣਗੇ ਵੀਜ਼ੇ, ਕੈਨੇਡਾ ਸਰਕਾਰ ਦਾ ਐਲਾਨ। ਇਮੀਗ੍ਰੇਸ਼ਨ ਬਾਰੇ ਆਈ ਤਾਜ਼ਾ ਜਾਣਕਾਰੀ। ਜਨਵਰੀ ਮਹੀਨੇ ਕਈਆਂ ਦੀ ਜਾਗੀ ਕਿਸਮਤ। ਟਰੂਡੋ ਨੂੰ ਆਇਆ ਗੁੱਸਾ, ਕਿਹਾ ਨਹੀਂ ਕਰਾਂਗਾ ਬਰਦਾਸ਼ਤ। ਸਪਾਊਸ ਵੀਜ਼ਾ ਵਾਲਿਆਂ ਲਈ ਚੰਗੀ ਖਬਰ, ਹੁਣ ਵੀਜ਼ੇ ਬਾਰੇ ਮਿਲੇਗੀ ਘਰ ਬੈਠੇ ਜਾਣਕਾਰੀ। ਦੇਸ਼ ਹਟਾ ਰਹੀ ਕਰੋਨਾ ਪਾਬੰਦੀਆਂ, ਹੁਣ ਆਮ ਲੋਕਾਂ ਨੂੰ ਮਿਲ ਰਹੀ ਰਾਹਤ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।